ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਹਰਜੋਤ ਸਿੰਘ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ। ਜੀ ਆਇਆਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਫਰਵਰੀ ਦੀ 27 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਰਕੀਆਣਾ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜਾਹਲ, ਸਤਨਾਮ ਸਿੰਘ ਟਾਟਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਿਸ਼ਪਾਲ ਕੌਰ ਜਾਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜਲ ਕਲੋਵਿਸ, ਜੋਗਾ ਸਿੰਘ ਪਵਾਰ ਔਰੰਜ ਵੇ, ਸਰਬਜੀਤ ਸਿੰਘ ਧੂਤ ਯੂਬਾ ਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਉਹ ਬਹੁਤ ਫਰਸਟ੍ਰੇਟਡ ਹੈਗੇ ਆ ਈਰਾਨ ਨੂੰ ਲੈ ਕੇ। ਅਜੇ ਤੱਕ ਪਰ ਉਹ ਕਹਿੰਦੇ ਵੀ ਮੈਂ ਡਿਸਾਈਡ ਨਹੀਂ ਕੀਤਾ ਵੀ ਅਟੈਕ ਕਰਨਾ ਹੈ ਜਾਂ ਨਹੀਂ, ਪਰ ਨਾਲ ਦੀ ਨਾਲ ਉਹਨਾਂ ਨੇ ਸਟੇਟਮੈਂਟ ਵੀ ਦੇ ਦਿੱਤੀ ਆ ਵੀ ਈਰਾਨ ਵਾਲੇ ਇੱਦਾਂ ਦੀਆਂ ਜਿਹੜੀ ਮਿਜ਼ਾਈਲਸ ਤਿਆਰ ਕਰ ਸਕਦੇ ਆ ਜੋ ਕਿ ਅਮਰੀਕਾ ਤੱਕ ਮਾਰ ਕਰ ਸਕਦੀ ਹੈਗੀ ਆ। ਸੋ ਔਨਗੋਇੰਗ ਜਿਹੜਾ US ਦਾ ਮਿਲਟਰੀ ਬਿਲਡਅਪ ਹੈਗਾ ਮਿਡਲ ਈਸਟ ਦੇ ਵਿੱਚ, ਉਹਦੇ ਸੰਬੰਧ ਦੇ ਵਿੱਚ ਉਹ ਬਰੀਫਿੰਗ ਦੇ ਰਹੇ ਸੀ ਸਟਾਫ ਨੂੰ। ਜੋ US ਦੀ ਅੰਬੈਸੀ ਹੈਗੀ ਇਜ਼ਰਾਈਲ ਦੇ ਵਿੱਚ, ਉਹਨਾਂ ਨੂੰ ਇਵੈਕੂਏਟ ਹੋਣ ਲਈ ਵੀ ਕਿਹਾ ਗਿਆ ਹੈਗਾ। ਕਹਿੰਦੇ ਵੀ ਇਰਾਨੀਅਨ ਰਿਟੈਲੀਏਸ਼ਨ ਦਾ ਟਾਰਗੇਟ ਹੋ ਸਕਦਾ ਹੈਗਾ। ਸੋ ਇਹਨਾਂ ਸਾਰੀਆਂ ਗੱਲਾਂ ਤੋਂ ਲੱਗਦਾ ਆ ਕਿ ਕਿਸੇ ਵੀ ਸਮੇਂ ਮੇਬੀ ਵੀਕਐਂਡ ਦੇ ਦੌਰਾਨ ਹੀ ਪ੍ਰੈਜ਼ੀਡੈਂਟ ਟਰੰਪ ਹੋਣੀ ਜਿਹੜਾ ਆ ਉਹ ਈਰਾਨ ਦੇ ਉੱਤੇ ਅਟੈਕ ਕਰ ਦੇਣ, ਜੋ ਆਲੇ ਦੁਆਲੇ ਲੱਗ ਰਿਹਾ ਹੈਗਾ। ਜਿਸ ਹਿਸਾਬ ਦੇ ਨਾਲ ਇਜ਼ਰਾਈਲ ਦੇ ਵਿੱਚ ਜਿਹੜੀ US ਦੀ ਅੰਬੈਸੀ ਆ, ਉਹਨਾਂ ਦੇ ਜਿਹੜੇ ਇੱਥੇ ਦੇ ਇਨਵੈਸਟਰ ਰਾਹਕ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਸਟਾਫ ਜਾਣਾ ਚਾਹੁੰਦੇ ਆ ਉਹ ਵਾਪਸ ਅਮਰੀਕਾ ਨੂੰ ਚਲੇ ਜਾਓ। ਸੋ ਇੱਥੋਂ ਇਹ ਲੱਗਦਾ ਆ ਕਿ ਕਿਸੇ ਟਾਈਮ ਵੀ ਇਹ ਜਿਹੜੀ ਸਿਚੁਏਸ਼ਨ ਬਣ ਸਕਦੀ ਹੈਗੀ ਆ। ਜੀ ਬਿਲਕੁਲ। ਸੋ ਉੱਦਾਂ ਤਾਂ ਦੇਖੋ, ਜੂਨ ਦੇ ਵਿੱਚ ਜਦ ਹਮਲਾ ਕੀਤਾ ਸੀ ਕਹਿੰਦੇ ਸੀਗੇ ਵੀ ਅਸੀਂ ਤਾਂ ਇਹਨਾਂ ਦਾ ਸਭ ਕੁਝ ਓਬਲਿਟਰੇਟ ਕਰਤਾ, ਨਸ਼ਟ ਕਰ ਦਿੱਤਾ, ਖਤਮ ਜਿਹੜਾ ਉਹ ਕਰ ਦਿੱਤਾ। ਤੇ ਹੁਣ ਪਿਛਲੇ ਕੁਛ ਕੁ ਹਫ਼ਤਿਆਂ ਤੋਂ ਇਹ ਕਹਿ ਰਹੇ ਵੀ ਹਫ਼ਤਿਆਂ ਦੇ ਵਿੱਚ ਈਰਾਨ ਨੇ ਜਿਹੜੀ ਮਿਜ਼ਾਈਲ ਵੀ ਬਣਾ ਲੈਣੀ, ਨਿਊਕਲੀਅਰ ਬੰਬ ਵੀ ਬਣਾ ਲੈਣਾ। ਸੋ ਇਹ ਗੱਲ ਸਮਝ ਜਿਹੜੀ ਉਹ ਸਮਝੋ ਬਾਹਰ ਬਹੁਤੇ ਲੋਕਾਂ ਦੇ ਜਿਹੜੀ ਉਹ ਬਣੀ ਆ। ਇਹ ਜਿਹੜਾ ਟਰੰਪ ਹੁਣਾਂ ਨੇ ਦਾਅਵਾ ਕੀਤਾ, ਇਸ ਨੂੰ ਬੈਕਅਪ ਕਰਨ ਦੇ ਲਈ US ਦੀ ਇੰਟੈਲੀਜੈਂਸ ਨੇ ਕੋਈ ਇੱਦਾਂ ਦੀ ਚੀਜ਼ ਨਹੀਂ ਦਿੱਤੀ ਹੈਗੀ। ਸੋ ਇਹ ਹੁਣ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਦਾਅਵਾ ਕਰ ਦਿੱਤਾ। ਪਤਾ ਨਹੀਂ ਨਿਤ ਨੇ ਉਹਦੀ ਗੱਲ ਸੁਣ ਕੇ ਕਰ ਦਿੱਤਾ ਆ ਜਾਂ ਕਿਹੜੀ ਗੱਲ ਸੁਣ ਕੇ ਕੀਤਾ ਆ, ਪਰ ਲੱਗ ਇੱਦਾਂ ਰਿਹਾ ਆ ਵੀ ਅਮਰੀਕਾ ਇਜ਼ਰਾਈਲ ਦੇ ਪਿੱਛੇ ਪਿੱਛੇ ਇਹਨਾਂ ਨੇ ਇਹਨਾਂ ਨੂੰ ਈਰਾਨ ਵਾਲੀ ਲੜਾਈ ਦੇ ਵਿੱਚ ਧੱਕ ਲੈਣਾ ਹੈਗਾ ਆ। ਤੇ ਨੁਕਸਾਨ ਕਿਹਦਾ ਹੋਣਾ? ਅਮਰੀਕਾ ਦਾ, ਆਪਣਾ, ਆਪਣੇ ਲੋਕ, ਆਪਣੇ ਫੌਜੀ ਜਿਹੜੇ ਆ ਉਹਨਾਂ ਦੀਆਂ ਜਾਨਾਂ ਜਾ ਸਕਦੀਆਂ ਆ, ਫੱਟੜ ਹੋਣਗੇ। ਟੈਕਸ ਪੇਅਰ ਮਨੀ ਜਿਹੜੀ ਉਹ ਅੰਤਾਂ ਦੀ ਉੱਥੇ ਜਿਹੜੀ ਉਹ ਲੱਗੇਗੀ। ਤੇ ਬਸ ਇਹੀ ਚੀਜ਼ ਦੇ ਵੱਲ ਨੂੰ ਜਿਹੜਾ ਉਹ ਕਹਿੰਦੇ ਵੀ ਗੱਲ ਵੱਧਦੀ ਜਿਹੜੀ ਉਹ ਜਾ ਰਹੀ ਹੈਗੀ ਆ। ਸੋ ਹੁਣ ICBM ਉਹਨਾਂ ਦਾ ਪ੍ਰੋਗਰਾਮ ਕਿੰਨਾ ਕੁ ਹੈਗਾ ਆ, ਕਿੱਥੇ ਤੱਕ ਪਹੁੰਚ ਗਿਆ ਆ, ਇਸ ਦੇ ਬਾਰੇ US ਇੰਟੈਲੀਜੈਂਸ ਅਜੇ ਕੋਈ ਪੁਖਤਾ ਗੱਲ ਨਹੀਂ ਦੱਸ ਰਹੇ। ਪਰ ਨਾ ਹੀ ਕੋਈ ਇੰਟੈਲੀਜੈਂਸ ਇੱਦਾਂ ਦੀ ਅਜੇ ਤੱਕ ਸਾਹਮਣੇ ਆਈ ਆ। ਪਰ ਟਰੰਪ ਹੁਣਾਂ ਦੇ ਕੋਲ ਹੁਣ ਹੋ ਸਕਦਾ ਵੀ ਉਹਨਾਂ ਕੋਲ ਕੋਈ ਅਜਿਹੀ ਇੰਟੈਲੀਜੈਂਸ ਹੋਵੇ ਜਿਹੜੀ ਆਮ ਲੋਕਾਂ ਕੋਲ ਨਹੀਂ। ਹੋ ਤਾਂ ਓਬਵੀਅਸਲੀ ਗੱਲ ਆ, ਉਹਨਾਂ ਕੋਲ ਜ਼ਿਆਦਾ ਇੰਟੈਲੀਜੈਂਸ ਹੋਊਗੀ। ਪਰ ਇਹ ਆ ਵੀ ਸਾਹਮਣੇ ਜਿਹੜਾ ਜੇ ਇੱਦਾਂ ਦਾ ਕੁਛ ਹੈ ਨਹੀਂ ਜਿੱਥੋਂ ਇੱਦਾਂ ਲੱਗਦਾ ਹੋਵੇ। ਪਰ ਇਹ ਆ ਵੀ ਇਜ਼ਰਾਈਲ ਧੱਕੇ ਦੇ ਨਾਲ ਇਹਨਾਂ ਨੂੰ ਲੜਾਈ ਦੇ ਵਿੱਚ ਲੈ ਕੇ ਜਾਣ ਨੂੰ ਫਿਰਦਾ ਹੈਗਾ ਆ। ਉਹ ਉਧਰ ਜਿਹੜੀ ਹਰਜੋਤ ਸਿੰਘ ਜੀ ਅਗਲੀ ਗੱਲ ਕਰੀਏ, ਐਂਥਰੋਪਿਕ ਦੇ ਨਾਲ ਜਿਹੜੇ ਸਿੰਘ ਫਸੇ ਪਏ ਸੀ, ਅੱਜ ਐਂਥਰੋਪਿਕ ਨੇ ਡਿਪਾਰਟਮੈਂਟ ਆਫ ਡਿਫੈਂਸ ਦੀਆਂ ਗੱਲਾਂ ਨੂੰ ਨਹੀਂ ਮੰਨਿਆ। ਇਹ ਕਹਿੰਦੇ ਆ ਵੀ ਤੁਸੀਂ ਜਿਹੜੀ ਡੋਮੈਸਟਿਕ ਮਾਸ ਸਰਵੇਲੈਂਸ ਤੇ ਆਟੋਮੇਟਿਡ ਜਿਹੜੇ ਵੈਪਨਸ ਆ ਉਹਦੇ ਵਿੱਚ ਸਾਡੀ ਜਿਹੜੀ ਟੈਕਨੋਲੋਜੀ ਦੀ ਨਾ ਵਰਤੋਂ ਕਰੋ। ਇਹ ਲਗਾਤਾਰ ਉਹਨਾਂ ਦੀ ਮੰਗ ਸੀਗੀ। ਤੇ ਡਿਫੈਂਸ ਡਿਪਾਰਟਮੈਂਟ ਨੇ ਕਿਹਾ ਵੀ ਇੱਦਾਂ ਨਹੀਂ, ਤੁਸੀਂ ਸਾਨੂੰ ਵਿਦਆਊਟ ਐਨੀ ਗਾਰਡ ਰੇਲਸ ਆਪਣਾ AI ਦਾ ਜਿਹੜਾ ਪਲੇਟਫਾਰਮ ਆ ਉਹ ਦਿਓ। ਤੇ ਉਹ ਗੱਲ ਨਾ ਬਣਨ ਕਰਕੇ ਇਹਨਾਂ ਦੀ ਜਿਹੜੀ ਉਹ ਅੱਜ ਦੀ ਡੈਡਲਾਈਨ ਉਹ ਖਤਮ ਹੋ ਗਈ। ਤੇ ਟਰੰਪ ਹੁਣਾਂ ਨੇ ਐਲਾਨ ਕਰ ਦਿੱਤਾ, ਆਦੇਸ਼ ਦੇ ਦਿੱਤੇ ਸਾਰੀ ਹੀ ਸਰਕਾਰ ਦੇ ਮਹਿਕਮਿਆਂ ਨੂੰ
ਵੀ ਜਿਹੜਾ ਐਂਥਰੋਪਿਕ AI ਆ ਉਹਨਾਂ ਦਾ ਜਿਹੜਾ ਕਲਾਊਡ ਮਾਡਲ ਹੈਗਾ ਆ AI ਮਾਡਲ, ਉਸ ਦੀ ਵਰਤੋਂ ਕਰਨੀ ਜਿਹੜੀ ਉਹ ਬੰਦ ਕਰੋ। ਉਹਨਾਂ ਨੇ ਬਲੈਕ ਲਿਸਟ ਇਹਨਾਂ ਨੂੰ ਜਿਹੜਾ ਉਹ ਕਰ ਦਿੱਤਾ ਆ। ਉਸ ਤੋਂ ਬਾਅਦ ਦੇ ਵਿੱਚ ਜਿਹੜਾ ਓਪਨ AI ਵਾਲਾ ਸੈਮ ਆਲਟਮੈਨ ਆ, ਉਹਦਾ ਬਿਆਨ ਇਹ ਆ ਗਿਆ ਵੀ ਅਸੀਂ ਆਲਰੇਡੀ ਗੱਲਬਾਤ ਦੇ ਵਿੱਚ ਹੈਗੇ ਆ। ਐਂਥਰੋਪਿਕ ਤੇ ਓਪਨ AI ਦੀ ਆਪਸ ਦੇ ਵਿੱਚ ਬਹੁਤੀ ਨਹੀਂ ਬਣਦੀ। ਸਵੇਰੇ ਵੀ ਜਿੱਦਾਂ ਤੁਹਾਨੂੰ ਦੱਸਿਆ ਸੀਗਾ ਵੀ ਈਲਨ ਮਸਕ ਦੀ XAI ਕੰਪਨੀ ਆ, ਉਹਨਾਂ ਨੇ ਪਹਿਲਾਂ ਹੀ ਸਰਕਾਰ ਦੇ ਨਾਲ ਕੰਟਰੈਕਟ ਕੀਤਾ ਹੋਇਆ ਆ ਵੀ ਤੁਸੀਂ ਇਸ ਨੂੰ ਜਿਸ ਵੀ ਤਰੀਕੇ ਦੇ ਨਾਲ ਵਰਤਣਾ ਆ ਉਹ ਤੁਸੀਂ ਜਿਹੜਾ ਉਹ ਵਰਤ ਸਕਦੇ ਹੈਗੇ ਆ। ਸੋ ਐਂਥਰੋਪਿਕ ਨੂੰ ਜਿਹੜਾ ਆ ਉਹ ਟਰੰਪ ਹੋਣਾ ਨੇ ਬਲੈਕ ਲਿਸਟ ਜਿਹੜਾ ਉਹ ਕਰ ਦਿੱਤਾ ਆ। ਸੋ ਜ਼ਿਆਦਾ ਵੱਡੀ ਉਹਦਾ ਰਕਮ ਦਾ ਤਾਂ ਨਹੀਂ ਸੀ, $200 ਮਿਲੀਅਨ ਦਾ ਹੀ ਇਹਨਾਂ ਦਾ ਕੰਟਰੈਕਟ ਸੀ। ਇਹਨਾਂ ਦੀ ਆਪਣੀ ਇਵੈਲੂਏਸ਼ਨ ਬਿਲੀਅਨਸ ਆਫ ਡਾਲਰ 'ਚ ਐਂਥਰੋਪਿਕ ਕੰਪਨੀ ਦੀ, ਹੋਰ ਇਹਨਾਂ ਦੇ ਕੋਲ ਕਾਫੀ ਕੰਮ ਹੈਗਾ ਆ, ਪਰ ਇਹ ਸਰਕਾਰੀ ਕੰਮ ਦੇ ਵਿੱਚ ਹੁਣ ਇਹਨਾਂ ਨੂੰ ਜਿਹੜਾ ਆ ਬਲੈਕ ਲਿਸਟ ਕਰ ਦਿੱਤਾ ਗਿਆ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਅੱਜ NPR ਨੇ ਬਹੁਤ ਵੱਡੀ ਰਿਪੋਰਟ ਛਾਪੀ ਆ ਵੀ ਕਿਸ ਤਰ੍ਹਾਂ ਇਮੀਗ੍ਰੈਂਟਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਮਰੀਕਾ ਦੀ ਸਰਕਾਰ ਜਿਹੜੀ ਫੈਡਰਲ ਗਵਰਨਮੈਂਟ ਆ ਉਹਨਾਂ ਨੂੰ ਕ੍ਰਿਮੀਨਲ ਜਿਹੜੀ ਆ ਸ਼ੋਅ ਕਰ ਰਹੀ ਹੈਗੀ ਆ। ਆਪ ਈਵਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਸਟੇਟ ਆਫ ਦਾ ਯੂਨੀਅਨ ਐਡਰੈਸ ਦੇ ਵਿੱਚ ਉਹਨਾਂ ਨੇ ਸਮਾਲੀਅਨ ਕਮਿਊਨਿਟੀ ਨੂੰ ਬਹੁਤ ਜ਼ਿਆਦਾ ਹਿੱਟ ਕੀਤਾ। ਉਹ ਤੋਂ ਬਾਅਦ ਡਲਾਈਲਾ ਇੱਕ ਬੱਚੀ ਜਿਹਨੂੰ ਟਰੱਕ ਐਕਸੀਡੈਂਟ ਵਾਲੇ ਨੇ ਮਾਰਿਆ ਸੀ, ਉਹਦੇ ਵਿੱਚ ਵੀ ਕਲੀਅਰਲੀ ਉਹਨੇ ਕਿਹਾ, ਹਾਲਾਂਕਿ ਚਲੋ ਨਾਂ ਉਹਨੇ ਨਹੀਂ ਲਿਆ ਸੀ, ਆਪਾਂ ਸਾਰਿਆਂ ਨੂੰ ਪਤਾ ਵੀ ਉਹ ਪੰਜਾਬੀ ਮੂਲ ਦਾ ਬੰਦਾ ਸੀਗਾ। ਸੋ ਅੱਜ NPR ਨੇ ਇਹ ਕਿਹਾ ਵੀ ਦੇਖੋ ਕਈ ਛੋਟੇ-ਛੋਟੇ ਕ੍ਰਾਈਮ ਵਾਲੇ ਬੰਦੇ ਵੀ ਉਹਨਾਂ ਨੂੰ ਇਦਾਂ ਸ਼ੋਅ ਕੀਤਾ ਜਾਂਦਾ ਆ ਵੀ ਉਹ ਦ ਵਰਸਟ ਆਫ ਦ ਵਰਸਟ ਹੈਗੇ ਆ। ਇਲੀਗਲ ਪ੍ਰੈਜ਼ੈਂਟ ਮੈਕਸੀਕਨ ਨੈਸ਼ਨਲ ਅਰੈਸਟਡ ਬਾਈ ਆਈਸ ਇਨ ਲਾਸ ਐਂਜਲਸ। ਫਿਰ ਆ ਜਾਂਦਾ ਐਗਰਾਵੇਟਡ ਅਸੌਲਟ, ਪੋਜੈਸ਼ਨ ਆਫ ਅ ਵੈਪਨ, ਏਸ਼ੀਅਨ ਬॉयਜ਼ ਗੈਂਗ ਮੈਂਬਰ। ਜਦ ਕਿ ਆਪਾਂ ਹਰ ਰੋਜ਼ ਖਬਰਾਂ ਤੁਹਾਨੂੰ ਸਾਂਝੀਆਂ ਕਰਦੇ ਹਾਂ ਵੀ ਇੱਥੇ 20 ਬੰਦਿਆਂ ਨੇ ਸਮੈਸ਼ ਐਂਡ ਗ੍ਰੈਬ ਕਰਤਾ। ਉਹ ਸਾਰੇ ਸਮੈਸ਼ ਐਂਡ ਗ੍ਰੈਬ ਕਰਨ ਵਾਲੇ ਸਾਰੇ ਇੱਥੇ ਦੇ ਬੋਰਨ ਸੀ, ਨਾ ਹੀ ਉਹਨਾਂ 'ਚ ਕੋਈ ਇਮੀਗ੍ਰੈਂਟ ਸੀ। ਅਮਰੀਕਨ ਆਪਾਂ ਸੀਗੇ। ਕਿੰਨੇ ਸੁਨਿਆਰੇ ਲੁੱਟ ਹੋਏ ਦੇਖੇ ਆ। ਭਾਰਤੀ ਮੂਲ ਦੇ ਫਰੀਮੌਂਟ 'ਚ 3-4 ਲੁੱਟ ਹੋਏ ਆ, ਸਟਾਕਟਨ 'ਚ, ਸੰਨੀਵਿਲ 'ਚ, ਸੈਕਰਾਮੈਂਟੋ 'ਚ, ਸਦਰਨ ਕੈਲੀਫੋਰਨੀਆ ਦੇ ਵਿੱਚ। ਜਦ ਕਿ ਕਹਿੰਦੇ ਬਈ ਇੱਕ ਉਹਨਾਂ ਨੇ ਐਗਜ਼ਾਮਪਲ ਦਿੱਤੀ, ਇੱਕ ਸ਼ੈਂਡੀ ਨਾਮ ਦਾ ਬੰਦਾ, ਰਿੱਕੀ ਸ਼ੈਂਡੀ, ਉਹ 52 ਸਾਲਾਂ ਦਾ, ਉਹਨੂੰ ਇਦਾਂ ਸ਼ੋਅ ਕੀਤਾ ਗਿਆ ਵੀ ਉਹ ਵਰਸਟ ਆਫ ਦਾ ਵਰਸਟ ਤੇ ਕ੍ਰਿਮੀਨਲ ਇਲੀਗਲ ਏਲੀਅਨ ਹੈਗਾ ਆ। ਕਹਿੰਦੇ ਵੀ ਉਹਦੇ ਤੇ 93 ਚ ਸੈਕੰਡ ਡਿਗਰੀ ਅਸੌਲਟ ਦੇ ਚਾਰਜ ਲੱਗੇ ਸੀ ਜਦੋਂ ਉਹ 18 ਸਾਲਾਂ ਦਾ ਸੀ। ਹੁਣ ਇਸ ਵੇਲੇ ਉਹ 50-55 ਸਾਲ ਦਾ ਆ। ਉਹ ਤੋਂ ਲਾਓਸ ਦਾ ਰਹਿਣ ਵਾਲਾ ਆ ਤੇ ਉਹ ਤੋਂ ਬਾਅਦ ਕਹਿੰਦੇ ਵੀ ਉਹਨਾਂ ਮਿਨੇਸੋਟਾ ਦੇ ਵਿੱਚ ਗਵਰਨਮੈਂਟ ਜੌਬ ਵੀ ਕੀਤੀ ਆ 26 ਸਾਲ, ਸਿਟੀ ਆਫ ਮਿਨੇਸੋਟਾ ਚ ਮਿਲਟਰੀ ਦੇ ਵਿੱਚ ਵੀ ਜੌਬ ਕੀਤੀ ਆ। ਵੀ ਉਹ ਜਦੋਂ ਜੰਗ ਸੀ, ਜਦੋਂ ਬੱਚਾ ਸੀ, ਉਹ ਛੋਟੀ ਉਹਦੀ ਗਲਤੀ ਹੋ ਗਈ। ਸੋ ਉਸ ਨੂੰ ਇਸ ਹਿਸਾਬ ਨਾਲ ਸ਼ੋਅ ਕੀਤਾ, ਉਹਦੀ ਫੋਟੋ ਲਾ ਕੇ ਵਰਸਟ ਆਫ ਦਾ ਵਰਸਟ। ਉਹ ਕਹਿੰਦੇ ਵੀ ਜਿਹੜੇ ਉਹਨੂੰ ਜਾਣ ਪਛਾਣ ਵਾਲੇ ਲੋਕ ਸੀ ਉਹ ਵੀ ਹੈਰਾਨ ਸੀ ਵੀ ਯਾਰ ਐਡਾ ਵਰਸਟ ਬੰਦਾ ਜਿਹਦੇ ਨਾਲ ਅਸੀਂ ਕੰਮ ਕਰਦੇ ਰਹੇ 26 ਸਾਲ, ਵੀ ਸਾਨੂੰ ਤਾਂ ਕਿਸੇ ਤਰ੍ਹਾਂ ਜਿਹੜਾ ਫੀਲ ਨਹੀਂ ਹੋਇਆ ਹੈਗਾ। ਕਹਿੰਦੇ ਵੀ NPR ਨੇ ਕਿਹਾ ਵੀ ਕੱਲਾ ਉਹੀ ਨਹੀਂ ਹੈਗੀ, ਇਸ ਤੋਂ ਬਿਨਾ ਕਹਿੰਦੇ ਵੀ 2000 ਤੋਂ ਵੱਧ ਲੋਕ ਜਿਹੜੇ ਆ ਉਹਨਾਂ ਦੇ ਬਾਰੇ ਇਦਾਂ ਦੇ ਜਿਹੜੇ ਪੁਆਇੰਟ ਆ ਉਹ ਲਿਖੇ ਗਏ ਆ। ਆਈਸ ਰੇਡਸ ਤੇ ਪ੍ਰੋਟੈਸਟ ਇਨ ਲਾਸ ਐਂਜਲਸ ਦੇ ਵੱਲੋਂ ਸੋਸ਼ਲ ਮੀਡੀਆ ਦੇ ਉੱਤੇ ਅਗਸਤ ਮਹੀਨੇ 'ਚ 100 ਤੋਂ ਵੱਧ ਪੋਸਟ ਇੱਕ ਵੀਕ 'ਚ ਪਾਈਆਂ ਗਈਆਂ, ਪਰ ਵੀਕ। ਤੇ ਉਸੇ ਤਰ੍ਹਾਂ DHS ਨੇ ਮਿਨੇਸੋਟਾ ਦੇ ਵਿੱਚ ਜਦੋਂ ਹੋਇਆ 100 ਤੋਂ ਵੱਧ ਪੋਸਟ ਜਿੱਦਾਂ ਪਰ ਵੀਕਲੀ ਉਹ ਪਾਉਂਦੇ ਰਹੇ। ਤੁਸੀਂ ਦੇਖੋ ਵੀ ਜੇ ਵਾਈਟ ਹਾਊਸ ਦਾ ਜਿਹੜਾ ਸੋਸ਼ਲ ਹੈਂਡਲਰ ਹੈਗਾ DHS ਦਾ ਆ, ਆਈਸ ਦਾ ਆ, ਉਹਦੇ ਤੇ ਫੋਟੋਆਂ ਲਾ ਕੇ ਪੱਗ ਵਾਲੇ ਦੀਆਂ ਜਾਂ ਉਦਾਂ ਦੇ ਜਿਹੜੇ ਵੀ ਕੋਈ ਜਿਨ ਗਲਤੀ ਕੀਤੀ ਹੈਗੀ ਆ ਉਹਨਾਂ ਨੂੰ ਇਸ ਹਿਸਾਬ ਨਾਲ ਸ਼ੋਅ ਕੀਤਾ ਗਿਆ ਵੀ ਇਹ ਬਹੁਤ ਤਗੜੇ ਕ੍ਰਿਮੀਨਲ ਬੰਦੇ ਹੈਗੇ ਆ ਤੇ ਇਲੀਗਲੀ ਬਾਰਡਰ ਕ੍ਰਾਸ ਕਰਕੇ ਬਾਈਡਨ ਹੋਣਾ ਨੇ ਇਹਨਾਂ ਨੂੰ ਇੱਥੇ ਅੰਦਰ ਬਾੜਿਆ ਹੈਗਾ ਆ। ਜਦ ਕਿ ਬਹੁਤ ਸਾਰੇ ਜਿਹੜੇ ਕ੍ਰਿਮੀਨਲ ਆ ਇੱਥੇ ਇਦਾਂ ਦਾ ਕ੍ਰਾਈਮ ਹੋ ਰਿਹਾ ਹੈਗਾ, ਉਹਨਾਂ ਦੇ ਬਾਰੇ ਜਿਹੜੀ ਆ ਕੋਈ ਗੱਲ ਨਹੀਂ ਹੋ ਰਹੀ ਹੈ। ਇਹ 'ਚ ਕੋਈ ਸ਼ੱਕ ਨਹੀਂ ਵੀ ਥੋੜਾ ਜਿਹਾ ਕ੍ਰਾਈਮ ਘਟਿਆ ਹੈਗਾ, ਪਰ ਹਜੇ ਵੀ ਉਨਾ ਕ੍ਰਾਈਮ ਨਹੀਂ ਘਟਿਆ ਆ। ਸੋ ਇਸ ਰਿਪੋਰਟ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ ਵੀ ਇਮੀਗ੍ਰੈਂਟਸ ਨੂੰ ਬਹੁਤ ਜ਼ਿਆਦਾ ਜਿਹੜਾ ਹੈ ਕ੍ਰਿਮੀਨਲਾਈਜ਼ ਕਰਨ ਦੀ ਜਿਹੜੀ ਕੋਸ਼ਿਸ਼ ਆ ਉਹ ਹੋ ਰਹੀ ਹੈਗੀ ਆ। ਕੋਸ਼ਿਸ਼ ਕੀ ਜੀ, ਸ਼ਰੇਆਮ ਹੀ ਜਿਹੜਾ ਉਹ ਕੀਤਾ ਜਾ ਰਿਹਾ ਆ। ਅਜੇ ਅਦਾਲਤ ਨੇ ਬਹੁਤਿਆਂ ਦੇ ਜਿਹੜੇ ਦੋਸ਼ ਆ ਉਹ ਸਾਬਤ ਵੀ ਨਹੀਂ ਕੀਤੇ, ਜਿਨ੍ਹਾਂ ਦੀਆਂ ਤਸਵੀਰਾਂ ਤੇ ਉਹ ਸਾਰਾ ਕੁਛ ਵਰਤ ਕੇ ਜਿਹੜਾ ਉਹ ਆਖ ਰਹੇ ਆ। ਤੇ ਜਦੋਂ ਗੱਲ ਇਹਨਾਂ ਦੇ ਉੱਤੇ ਆਉਂਦੀ ਹੈ, ਜਦੋਂ ਇਹਨਾਂ ਦੀਆਂ ਆਪਣੀਆਂ ਕਰਤੂਤਾਂ ਦੀ ਗੱਲ ਆਉਂਦੀ, ਉਦੋਂ ਕਹਿੰਦੇ ਵੀ ਇਨੋਸੈਂਟ ਅੰਟਿਲ ਪ੍ਰੂਵਨ ਗਿਲਟੀ, ਤੇ ਦੂਜੇ ਗਿਲਟੀ ਜਿਹੜੇ ਉਹ ਨਾਲ ਦੇ ਨਾਲ ਹੀ ਕਰ ਦਿੱਤੇ ਜਾਂਦੇ ਆ ਜਾਂ ਪੇਸ਼ ਜਿਹੜੇ ਉਹ ਕੀਤੇ ਜਿਹੜੇ ਉਹ ਜਾਂਦੇ ਹੈਗੇ ਆ।
ਅਗਲੀ ਗੱਲ ਕਰੀਏ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨੂੰ ਐਪਸਟੀਨ ਦੇ ਬਾਬਤ ਉਹਨਾਂ ਦੀ ਵੀ ਅੱਜ ਡੈਪੋਜੀਸ਼ਨ ਸੀ। ਉਹ ਵੀ ਕਾਂਗਰਸ ਦੀ ਕਮੇਟੀ ਦੇ ਸਾਹਮਣੇ ਪੇਸ਼ ਹੋਏ, ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ। ਤੇ ਕਹਿੰਦੇ ਵੀ ਇਹ ਹਿਸਟੋਰਿਕ ਡੈਪੋਜੀਸ਼ਨ ਇਸ ਸੰਦਰਭ ਦੇ ਵਿੱਚ ਹੋਈ ਵੀ ਪਹਿਲੀ ਵਾਰੀ ਇਦਾਂ ਹੋਇਆ ਆ ਵੀ ਕਿਸੇ ਸਾਬਕਾ ਰਾਸ਼ਟਰਪਤੀ ਨੂੰ ਇੱਕ ਕ੍ਰਿਮੀਨਲ ਕੇਸ ਦੀ ਸੁਣਵਾਈ ਦੇ ਵਿੱਚ ਕਾਈਂਡ ਆਫ ਵੀ ਕਾਂਗਰਸ ਦੀ ਕਮੇਟੀ ਦੇ ਸਾਹਮਣੇ ਜਿਹੜਾ ਉਹ ਪੇਸ਼ ਕਰਨਾ ਪੇਸ਼ ਜਿਹੜਾ ਉਹ ਹੋਣਾ ਪਿਆ ਹੋਵੇ। ਬੰਦ ਕਮਰਾ ਇਹ ਡੈਪੋਜੀਸ਼ਨ ਸੀਗੀ। ਕੱਲ ਬੰਦ ਕਮਰਾ ਡੈਪੋਜੀਸ਼ਨ ਇਹਨਾਂ ਦੀ ਵਾਈਫ ਹੈਲਰੀ ਕਲਿੰਟਨ ਦੀ ਹੋਈ, ਜਿਸ ਦੀ ਤਸਵੀਰ ਲਾਰੈਨ ਬੋਬਰਟ ਆ ਉਸਨੇ ਸ਼ੇਅਰ ਕਰ ਦਿੱਤੀ, ਜਿਸ ਤੋਂ ਬਾਅਦ ਦੇ ਵਿੱਚ ਵੱਖਰਾ ਹੋ ਹੱਲਾ ਪੈ ਗਿਆ। ਅੱਜ ਉਹਦਾ ਤਸਵੀਰ ਤਾਂ ਜਿਹੜੀ ਉਹ ਕੋਈ ਨਹੀਂ ਆਈ। ਜੈਫਰੀ ਐਪਸਟੀਨ ਦੇ ਨਾਲ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਬਿਲ ਕਲਿੰਟਨ ਦੀਆਂ ਸਾਹਮਣੇ ਜਿਹੜੀਆਂ ਉਹ ਹੈਗੀਆਂ ਆ। ਉਹਦੇ ਬਾਬਤ ਉਹਨਾਂ ਨੂੰ ਜਿਹੜੇ ਉਹ ਸਵਾਲ ਕਹਿੰਦੇ ਵੀ 6 ਘੰਟੇ ਤੱਕ ਪੁੱਛੇ ਜਿਹੜੇ ਉਹ ਜਾਂਦੇ ਰਹੇ, ਜਿਸ ਦੇ ਵਿੱਚ ਬਿਲ ਕਲਿੰਟਨ ਹੁਣਾਂ ਨੇ ਇਹ ਆਖਿਆ ਵੀ ਨਹੀਂ ਮੈਂ ਮਿਲਿਆ, ਕਹਿੰਦੇ ਜੀ ਉਹਨਾਂ ਨੂੰ ਜ਼ਰੂਰ ਆ ਤੇ ਜਾਂਦਾ ਮੈਂ ਉੱਥੇ ਰਿਹਾ, ਪਰ ਮੈਨੂੰ ਨਹੀਂ ਉਹਦੇ ਕ੍ਰਾਈਮ ਦੇ ਬਾਰੇ ਕੁਝ ਵੀ ਪਤਾ ਸੀ, ਵੀ ਉਹਦੀ ਕੋਈ ਨੌਲੇਜ ਜਿਹੜੀ ਉਹ ਮੈਨੂੰ ਨਹੀਂ ਜਿਹੜੀ ਉਹ ਸੀਗੀ। ਸੋ ਇਹ ਇਹਨਾਂ ਦੀ ਇੱਕ ਫੋਟੋ ਕਾਫੀ ਜ਼ਿਆਦਾ ਮਸ਼ਹੂਰ ਆ, ਖਾਸ ਕਰਕੇ ਜਕੂਜ਼ੀ ਦੇ ਵਿੱਚ ਇੱਕ ਔਰਤ ਦੇ ਨਾਲ ਕਲਿੰਟਨ ਹੁਣੀ ਜਿਹੜੇ ਉਹ ਬੈਠੇ ਆ, ਤੇ ਔਰਤ ਦੀ ਜਿਹੜੀ ਤਸਵੀਰ ਆ ਚਿਹਰਾ ਆ ਉਸਨੂੰ ਰਿਡੈਕਟ ਉੱਦਾਂ ਕੀਤਾ ਹੋਇਆ ਵੀ ਪਤਾ ਨਾ ਲੱਗੇ, ਪਛਾਣ ਜਿਹੜੀ ਉਹ ਨਾ ਹੋ ਸਕੇ। ਲਾਅਮੇਕਰਸ ਦੋਨਾਂ ਹੀ ਪਾਰਟੀਆਂ ਦੇ ਉਹਨਾਂ ਨੇ ਜਿਹੜਾ ਉਹ ਦੱਸਿਆ ਵੀ ਕਲਿੰਟਨ ਹੁਣਾਂ ਨੇ ਜਿਹੜਾ ਵੀ ਸਵਾਲ ਪੁੱਛਿਆ ਉਸ ਦਾ ਜਵਾਬ ਦਿੱਤਾ ਜਿਹੜਾ ਉਹ ਹੈਗਾ ਆ, ਪਰ ਬਹੁਤੇ ਪੱਧਰ ਦੇ ਉੱਤੇ ਉਹਨਾਂ ਨੇ ਇਹੀ ਕਿਹਾ ਵੀ ਮੈਨੂੰ ਕੁਛ ਵੀ ਜਿਹੜਾ ਉਹ ਨਹੀਂ ਸੀ ਜਿਹੜਾ ਉਹ ਪਤਾ ਵੀ ਐਪਸਟੀਨ ਕੋਈ ਇੱਦਾਂ ਦੇ ਕ੍ਰਾਈਮ ਜਿਹੜੇ ਉਹ ਕਮਿਟ ਕਰ ਰਿਹਾ ਹੋਵੇ। ਕਹਿੰਦੇ ਵੀ ਉਹਨਾਂ ਨੇ ਕਿਹਾ ਆਈ ਨੋ ਵਟ ਆਈ ਸਾ ਐਂਡ ਮੋਰ ਇੰਪੋਰਟੈਂਟਲੀ ਵਟ ਆਈ ਡਿਡਨਟ ਸੀ। I know what I did and more importantly what I didn't do. I saw nothing and I did nothing wrong. ਇਹ ਕਲਿੰਟਨ ਹੁਣਾਂ ਨੇ ਜਿਹੜਾ ਆ ਇਸ ਦੇ ਵਿੱਚ ਬਿਆਨ ਦਿੱਤਾ ਆ। ਕਿਤੇ ਨਾ ਕਿਤੇ ਹਰਜੋਤ ਸਿੰਘ ਜੀ ਇਹ ਰਾਹ ਪੱਧਰਾ ਹੋ ਗਿਆ ਆਉਣ ਵਾਲੇ ਵਕਤ ਦੇ ਵਿੱਚ, ਭਵਿੱਖ ਦੇ ਵਿੱਚ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਹੈਗੇ ਆ ਉਹਨਾਂ ਨੂੰ ਕਾਂਗਰਸ ਦੀ ਕਮੇਟੀਆਂ ਦੇ ਮੂਹਰੇ ਪੇਸ਼ ਕੀਤਾ ਜਿਹੜਾ ਉਹ ਜਾ ਸਕਦਾ ਆ। ਸੋ ਹੁਣ ਦੇਖਦੇ ਆ ਅੱਗੇ ਕੀ ਜਿਹੜਾ ਉਹ ਬਣਦਾ ਆ। ਇਹਨਾਂ ਨੇ ਮੰਗ ਉੱਦਾਂ ਇਹੀ ਕੀਤੀ ਸੀਗੀ ਵੀ ਸਾਡੀਆਂ ਜਿਹੜੀਆਂ ਡੈਪੋਜੀਸ਼ਨਸ ਆ, ਇਹ ਹੀਅਰਿੰਗਸ ਆ, ਇਹਨਾਂ ਨੂੰ ਜਨਤਕ ਕੀਤਾ ਜਾਵੇ ਤਾਂ ਜੋ ਇਹਨਾਂ ਦੇ ਸਵਾਲ ਤੇ ਸਾਡੇ ਜਿਹੜੇ ਜਵਾਬ ਆ ਲੋਕਾਂ ਦੇ ਸਾਹਮਣੇ ਲਾਈਵ ਜਿਹੜੇ ਆ ਉਹ ਜਾ ਸਕਣ। ਅਗਲੀ ਖਬਰ ਵੱਲ ਚੱਲੀਏ। ਕਹਿੰਦੇ ਵੀ ਸੈਕਰਾਮੈਂਟੋ ਸ਼ਹਿਰ ਜੋ ਆ ਉਹ ਸੈਕੰਡ ਵਰਸਟ ਕੈਲੀਫੋਰਨੀਆ ਸ਼ਹਿਰ ਬਣਿਆ ਆ ਕਾਰ ਕ੍ਰੈਸ਼ਸ ਦੇ ਵਿੱਚ। ਜਦੋਂ ਕਾਰਾਂ ਦੇ ਐਕਸੀਡੈਂਟ ਹੁੰਦੇ ਆ, ਬੰਦਿਆਂ ਦੀ ਡੈਥ ਹੁੰਦੀ ਆ ਜਾਂ ਫੱਟੜ ਹੁੰਦੇ ਆ, ਉਹਨੂੰ ਲੈ ਕੇ ਜੋ ਰੈਂਕਿੰਗ ਆਈ ਹੈਗੀ ਆ, ਕੈਲੀਫੋਰਨੀਆ ਆਫਿਸ ਆਫ ਟ੍ਰੈਫਿਕ ਸੇਫਟੀ ਨੇ ਜੋ ਪਬਲਿਸ਼ ਕੀਤੀ ਆ, ਉਹਦੇ ਇਹ ਸਾਰਾ ਡਾਟਾ ਜਿਹੜਾ 2023 ਦੇ ਉੱਤੇ ਬੇਸਡ ਆ। 15 ਵੱਖ-ਵੱਖ ਸ਼ਹਿਰਾਂ ਨੂੰ ਗਰੁੱਪ ਕੀਤਾ ਗਿਆ ਸੇਮ ਕੈਟਾਗਰੀ ਦੇ ਵਿੱਚ, ਤੇ ਜੋ ਕੈਟਾਗਰੀ ਵਾਈਜ਼ ਆਏ ਆ, ਲੌਂਗ ਬੀਚ ਦੇ ਵਿੱਚ ਸਭ ਤੋਂ ਜ਼ਿਆਦਾ ਲੋਕ ਜਿਹੜੇ ਆ ਕਾਰ ਕ੍ਰੈਸ਼ ਨਾਲ ਮਰੇ ਆ, 3774 ਜਾਂ ਮਰੇ ਆ ਜਾਂ ਉਹਨਾਂ ਦੀ ਸੱਟਾਂ ਲੱਗੀਆਂ ਆ। ਦੂਜੇ ਨੰਬਰ ਤੇ ਸੈਕਰਾਮੈਂਟੋ ਆ 4214 ਪੀਪਲ ਈਦਰ ਕਿਲਡ ਜਾਂ ਇੰਜਰਡ। ਸਟਾਕਟਨ ਦੇ ਵਿੱਚ 1913 ਲੋਕ ਜਾਂ ਕਿਲਡ ਹੋਏ ਆ ਜਾਂ ਇੰਜਰਡ। ਦੇਖ ਲਓ ਵੀ ਸਟਾਕਟਨ ਕਿੱਡਾ ਕੁ ਸ਼ਹਿਰ ਹੈਗਾ। ਸੋ ਇਸੇ ਤਰ੍ਹਾਂ ਰਿਵਰ ਸਾਈਡ 'ਚ 1805, ਓਕਲੈਂਡ 'ਚ 2013, ਸੈਨ ਫਰਾਂਸਿਸਕੋ 'ਚ 3505, ਸੈਨੋਜ਼ੇ ਦੇ ਵਿੱਚ 3294 ਲੋਕ ਕਾਰ ਕ੍ਰੈਸ਼ਸ ਦੇ ਵਿੱਚ ਫੱਟੜ ਹੋਏ ਆ ਜਾਂ ਉਹਨਾਂ ਦੀ ਮੌਤ ਹੋਈ ਆ। ਫ੍ਰਿਜ਼ਨੋ ਦੇ ਵਿੱਚ 1600 ਲੋਕ ਫੱਟੜ ਹੋਏ ਆ ਜਾਂ ਉਹਨਾਂ ਦੀ ਜਿਹੜੀ ਆ ਮੌਤ ਹੋਈ ਹੈਗੀ ਆ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਨੇ ਜਿਹੜਾ ਸਨੋ ਪੈਕ ਦਾ ਸਰਵੇ ਕੀਤਾ, ਬੀਤੇ ਵੀਕ ਦੇ ਵਿੱਚ ਖਾਸੀ ਜਿਹੜੀ ਉਹ ਬਰਫ਼ਬਾਰੀ ਹੋਈ ਆ, ਪਰ ਉਸ ਦੇ ਬਾਵਜੂਦ ਕਹਿੰਦੇ ਵੀ ਐਵਰੇਜ ਦੇ ਨਾਲੋਂ ਘੱਟ ਜਿਹੜਾ ਸਨੋ ਪੈਕ ਆ ਉਹ ਨੋਟ ਕੀਤਾ ਗਿਆ ਆ। ਜਿਹੜਾ ਮੈਨੂਅਲ ਸਰਵੇ ਹੋਇਆ ਇਸ ਦੇ ਵਿੱਚ 28 ਇੰਚ ਦੀ ਸਨੋ ਡੈਪਥ, ਸਨੋ ਵਾਟਰ ਇਕੁਇਵਲੈਂਟ ਬੇਸਿਕਲੀ 11 ਇੰਚ ਦਾ ਮੰਨਿਆ ਗਿਆ। ਕਹਿੰਦੇ ਵੀ ਇਹ 47% ਸੀਗਾ ਐਵਰੇਜ ਦੇ ਨਾਲੋਂ ਉਸ ਲੋਕੇਸ਼ਨ ਦੇ ਲਈ। ਮਿਡ ਫੈਬਰੂਰੀ ਸਟਾਰਮਸ ਆਉਣ ਦੇ ਨਾਲ ਥੋੜਾ ਜਿਹਾ ਇਹ ਰਿਕਵਰ ਕੀਤਾ, ਅਦਰਵਾਈਜ਼ ਜਨਵਰੀ ਸੁੱਕਾ ਜਿਹੜਾ ਉਹ ਲੰਘ ਗਿਆ ਸੀ, ਜਿਸ ਕਰਕੇ ਦਸੰਬਰ ਦੇ ਵਿੱਚ ਜਾਂ ਜਨਵਰੀ ਦੇ ਪਹਿਲੇ 1-2 ਦਿਨਾਂ 'ਚ ਪਈ ਜਿਹੜੀ ਬਰਫ਼ ਆ ਉਹ ਕਾਫੀ ਜ਼ਿਆਦਾ ਖੁਰ ਚੁੱਕੀ ਸੀ। ਆਪਾਂ ਦੇਖ ਹੀ ਰਹੇ ਹਾਂ ਵੀ ਮੌਸਮ ਦੇ ਵਿੱਚ ਵੀ ਕਾਫੀ ਗਰਮੀ ਆ ਚੁੱਕੀ ਆ। 75s ਦੇ ਵਿੱਚ, ਮਿਡ 70s ਦੇ ਵਿੱਚ ਜਿਹੜਾ ਟੈਂਪਰੇਚਰ ਆ ਉਹ ਨੋਟ ਕੀਤਾ ਗਿਆ। ਲੋਕਾਂ ਦੀਆਂ ਅੱਧੀਆਂ ਬਾਂਹ ਦੀਆਂ ਕਮੀਜ਼ਾਂ ਇੱਕ ਹਿਸਾਬ ਦੇ ਨਾਲ
ਨਿਕਲ ਆਈਆਂ ਆ, ਉੱਦਾਂ ਅਗਲੇ ਵੀਕ ਦੇ ਵਿੱਚ ਫਿਰ ਥੋੜ੍ਹੀ ਜਿਹੜੀ ਠੰਡ ਆ ਉਹ ਵਾਪਸ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਸਟੋਰਮਸ ਮਿਡ ਫੈਬਰਰੀ ਦੇ ਵਿੱਚ ਜਿਹੜੀ ਕੋਲਡੈਸਟ ਤੇ ਬੈਸਟ ਸਨੋ ਪ੍ਰੋਡਿਊਸਿੰਗ ਸਟੋਰਮ ਸੀਗੇ 2023 ਤੋਂ ਬਾਅਦ ਦੇ ਵਿੱਚ, ਪਰ ਉਹ ਇਨਫ ਨਹੀਂ ਸੀਗੇ ਵੀ ਆਪਾਂ ਨੂੰ ਐਵਰੇਜ ਕੰਡੀਸ਼ਨਸ ਤੱਕ ਲੈ ਕੇ ਜਾ ਸਕਣ। ਸੋ ਸਿਆਰਾ ਨਵਾਡਾ ਦੇ ਵਿੱਚ ਕਹਿੰਦੇ ਵੀ ਸਦਰਨ ਸਿਆਰਾ ਨਵਾਡਾ ਦੇ ਵਿੱਚ 90% ਆਫ ਐਵਰੇਜ ਉਹ ਨੋਟ ਕੀਤਾ ਗਿਆ ਹੈ, ਪਰ ਓਵਰਆਲ ਕੈਲੀਫੋਰਨੀਆ ਦੀ ਐਵਰੇਜ ਨੂੰ ਕਹਿੰਦੇ ਜੇ ਦੇਖਿਆ ਜਾਵੇ ਤਾਂ ਇਹ 50% ਦੇ ਇਰਦ ਗਿਰਦ ਹੀ ਰਹੀ ਹੈਗੀ ਆ। ਸੋ ਹੁਣ ਉਮੀਦ ਆ ਵੀ ਅਗਲੇ ਮਹੀਨੇ ਦੇ ਵਿੱਚ ਮਾਰਚ ਵਿੱਚ ਜਿਹੜੀ ਉਹ ਬਰਫ਼ਬਾਰੀ ਕੋਈ ਸਟੋਰਮ ਆ ਜਾਣ, ਬਿਕੋਜ਼ ਅਦਰਵਾਈਜ਼ ਫਿਰ 1 ਅਪ੍ਰੈਲ ਤੋਂ ਬਾਅਦ ਤਕਰੀਬਨ ਇਹੀ ਦੇਖਿਆ ਜਾਂਦਾ ਹੈ ਵੀ ਜਿਹੜਾ ਸਨੋ ਦਾ ਸੀਜ਼ਨ ਆ ਉਹ ਖਤਮ ਹੋ ਜਾਂਦਾ ਹੈ। ਅਗਲੀ ਖਬਰ ਵੱਲ ਚਲੀਏ ਤੇ ਆਪਾਂ ਕੱਲ ਵੀ ਖਬਰ ਸਾਂਝੀ ਕੀਤੀ ਸੀ ਵੀ ਜੈਕ ਡੋਰਸੀ ਦੀ ਜਿਹੜੀ ਕੰਪਨੀ ਆ ਉਹਨਾਂ ਨੇ 6000 ਬੰਦਾ ਲੇ ਆਫ ਕੀਤਾ ਤੇ ਅੱਜ ਇਹ ਖਬਰ ਆ ਰਹੀ ਆ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਮੁਤਾਬਕ ਵੀ ਈਵੇ ਨੇ 800 ਲੋਕਾਂ ਨੂੰ ਲੇ ਆਫ ਕਰ ਦਿੱਤਾ ਹੈਗਾ। ਸੋ ਹੁਣ ਦੇਖੋ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਆ ਇਹ ਲੋਕਾਂ ਨੂੰ ਲੇ ਆਫ ਕਰ ਰਹੇ ਆ। ਸਿਲੀਕਨ ਵੈਲੀ ਦੇ ਵਿੱਚ ਵੱਡੀ ਕੰਪਨੀਆਂ 6% ਵਰਕਫੋਰਸ ਜਿਹੜੀ ਆ ਉਹਨਾਂ ਦੇ ਕੰਮ ਤੋਂ ਲੇ ਆਫ ਹੋ ਚੁੱਕੀ ਹੈਗੀ ਆ। ਇਹਨਾਂ ਨੇ ਡੇਪੋ ਕਰਕੇ ਇੱਕ ਐਪ ਜੋ ਸੀ ਉਹ ਐਕਵਾਇਰ ਕਰਨੀ ਸੀ 1.2 ਬਿਲੀਅਨ ਡਾਲਰ ਦੀ ਕੈਸ਼ ਤੇ ਉਸ ਨੂੰ ਵੀ ਜਿਹੜਾ ਆ ਕਹਿੰਦੇ ਭਈ ਰੋਕਿਆ ਗਿਆ ਹੈਗਾ। ਜੀ, ਬਿਲਕੁਲ। ਸੋ 4000 ਬੰਦਾ ਹਰਜੋਤ ਸਿੰਘ ਜੀ 40% ਇਹਨਾਂ ਨੇ ਕੱਢ ਦਿੱਤਾ ਤੇ ਜੈਕ ਡਾਰਸੀ ਨੇ ਤਾਂ ਸਿੱਧਾ ਹੀ ਕਿਹਾ ਆ ਵੀ AI ਦੇ ਵਿੱਚ ਐਡਵਾਂਸਿਸ ਦੇ ਕਰਕੇ ਅਸੀਂ ਪਹਿਲਾਂ ਤੋਂ ਹੀ ਇਹ ਕਰ ਰਹੇ ਹਾਂ। ਕਹਿੰਦੇ ਹੁਣ ਨਹੀਂ ਤਾਂ ਬਾਅਦ ਦੇ ਵਿੱਚ ਬਾਕੀ ਕੰਪਨੀਆਂ ਨੇ ਵੀ ਇਸੇ ਰਾਹ ਦੇ ਉੱਤੇ ਹੀ ਤੁਰਨਾ ਆ ਤੇ ਅਸੀਂ ਆਪਣੇ ਜਿਹੜੇ ਹਿਸਾਬ ਦੇ ਨਾਲ ਇਹ ਸਾਰਾ ਕੁਛ ਜਿਹੜੇ ਚੇਂਜਿਸ ਕਰ ਰਹੇ ਹਾਂ। ਸੋ ਆਉਂਦਾ ਟਿਕਟੋਕ ਜਿਹੜਾ ਮੰਡੇ ਨੂੰ ਆ ਉਸ ਦੇ ਵਿੱਚ AI ਦੇ ਨਾਲ ਸੰਬੰਧਿਤ ਬੜੀਆਂ ਹੀ ਅਹਿਮ ਗੱਲਾਂ ਦੇ ਉੱਤੇ ਜਿਹੜੀ ਉਹ ਆਪਾਂ ਚਰਚਾ ਕਰਨੀ ਆ। ਸੋ ਪੰਜਾਬੀ ਟਿਕਟੋਕ ਹਰ ਸੈਟਰਡੇ ਨੂੰ ਹਰ ਮੰਡੇ ਨੂੰ 3 ਤੋਂ 4 ਵਜੇ 3 to 4 PM ਐਵਰੀ ਮੰਡੇ ਜਿਹੜਾ ਉਹ ਪੰਜਾਬੀ ਰੇਡੀਓ USA ਦੇ ਸਾਰੇ ਨੈਟਵਰਕ ਤੇ ਸੁਣਨਾ ਨਾ ਭੁੱਲਿਓ ਤੇ ਬਾਕੀ ਸੋਸ਼ਲ ਮੀਡੀਆ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਉਹਨਾਂ ਤੇ ਵੀ ਉਹ ਪੇਸ਼ ਕੀਤਾ ਜਾਂਦਾ ਆ ਵੀਡੀਓ ਦੇ ਰੂਪ ਦੇ ਵਿੱਚ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਚਰਚਾ ਜੇ ਆਪਾਂ ਕਰਦੇ ਜਾਂਦੇ ਆ, TSA ਪ੍ਰੀ ਚੈੱਕ ਜਿਹੜੀ ਗਲੋਬਲ ਐਂਟਰੀ ਆ ਉਸ ਨੂੰ ਸਸਪੈਂਡ ਕੀਤਾ ਗਿਆ ਆ। ਇਸ ਉੱਤੇ ਜਿਹੜੇ ਡੈਮੋਕ੍ਰੇਟ ਸੈਨੇਟਰਸ ਆ ਉਹ DHS ਦੀ ਸਕੱਤਰ ਕ੍ਰਿਸਟੀ ਨਿਯੋਮ ਉਹਨਾਂ ਨੂੰ ਜਿਹੜਾ ਆ ਉਹ ਇੱਕ ਹਿਸਾਬ ਦੇ ਨਾਲ ਪੁੱਛ ਰਹੇ ਆ ਵੀ ਇਹ ਤੁਸੀਂ ਕਿਉਂ ਕੀਤਾ ਹੈਗਾ ਆ। ਗਲੋਬਲ ਐਂਟਰੀ ਪ੍ਰੋਗਰਾਮ ਨੂੰ ਦੁਬਾਰਾ ਖੋਲ੍ਹਣ ਦੇ ਲਈ ਇਹਨਾਂ ਦੇ ਦੁਆਰਾ ਜ਼ੋਰ ਪਾਇਆ ਜਾ ਰਿਹਾ ਹੈਗਾ ਆ। ਜੈਕੀ ਰੋਜ਼ਨ ਨਵਾਡਾ ਦੇ ਡੈਮੋਕ੍ਰੇਟ ਪਾਰਟੀ ਦੇ ਜਿਹੜੇ ਸੈਨੇਟਰ ਆ ਕਹਿੰਦੇ ਵੀ ਅਸੀਂ ਲਾਸ ਵੇਗਸ ਦੇ ਵਿੱਚ ਇੱਕ ਮੇਜਰ ਟੂਰਿਸਟ ਹੱਬ ਆ ਤੇ ਇਸ ਸ਼ਟਡਾਊਨ ਦੇ ਨਾਲ 에ਅਰ ਟਰੈਵਲ ਦੇ ਉੱਤੇ ਫਰਕ ਪੈ ਰਿਹਾ ਤੇ ਸਾਡੀ ਇਕਨੋਮੀ ਦੇ ਉੱਤੇ ਵੀ ਅਸਰ ਪੈ ਰਿਹਾ ਆ। ਉਹਨਾਂ ਨੇ ਦੋਸ਼ ਲਾਏ ਵੀ ਜਿਹੜੀ ਕ੍ਰਿਸਟੀ ਨਿਯਮ ਆ ਜਾਣਬੁੱਝ ਕੇ ਸਿਆਸਤ ਇਸ ਮਾਮਲੇ ਦੇ ਵਿੱਚ ਇਹਨਾਂ ਦੋਨਾਂ ਪ੍ਰੋਗਰਾਮਾਂ ਦੇ ਨਾਲ ਕਰ ਰਹੀ ਆ। ਇਹ ਜਿਹੜੇ ਲੋ ਰਿਸਕ ਫਲਾਇਰ ਹੁੰਦੇ ਆ ਉਹਨਾਂ ਦੇ ਲਈ ਟਰੈਵਲ ਆਸਾਨ ਬਣਾਉਂਦਾ ਆ ਜਿਹੜਾ ਗਲੋਬਲ ਐਂਟਰੀ ਪ੍ਰੋਗਰਾਮ ਤੇ TSA ਪ੍ਰੀ ਚੈੱਕ ਪ੍ਰੋਗਰਾਮ ਆ। ਸੋ DHS ਦਾ ਸ਼ਟਡਾਊਨ ਚੱਲ ਰਿਹਾ ਆ। ਜਿੱਦਾਂ ਆਪਾਂ ਨੂੰ ਪਤਾ ਵੀ ਇਹਨਾਂ ਦੀ ਫੰਡਿੰਗ ਆ ਉਹ ਪਾਸ ਨਹੀਂ ਹੋਈ ਸੀ। ਡੈਮੋਕ੍ਰੇਟ ਤੇ ਰਿਪਬਲਿਕਨਸ ਦੋਨੋਂ ਹੀ DHS ਦੇ ਵਿੱਚ ਸਿੰਘ ਫਸੇ ਪਏ ਆ। ਡੈਮੋਕ੍ਰੇਟਸ ਉਸ ਦੇ ਵਿੱਚ ਸੁਧਾਰਾਂ ਦੀ ਮੰਗ ਕਰ ਰਹੇ ਆ ਤੇ ਇਹ ਇਸ ਟਾਈਮ ਉਸ ਨੂੰ ਤਵੱਜੋ ਹਾਲ ਦੀ ਘੜੀ ਨਹੀਂ ਦੇ ਰਹੇ ਹੈਗੇ। ਸੋ ਸ਼ਟਡਾਊਨ ਦੇ ਚੱਲਦੇ 2 ਪ੍ਰੋਗਰਾਮ ਬੰਦ ਹੋਣ ਦੇ ਐਲਾਨ ਕੀਤਾ ਗਿਆ ਸੀਗਾ ਤੇ ਹੁਣ ਜਿਹੜੇ ਖਾਸ ਕਰਕੇ ਜਿੱਥੇ ਸੈਲਾਨੀ ਜ਼ਿਆਦਾ ਆਉਂਦੇ ਆ ਉਹਨਾਂ ਨੂੰ ਇਹ ਚਿੰਤਾ ਆ ਵੀ ਇਹ ਪ੍ਰੋਗਰਾਮ ਬੰਦ ਹੋਣ ਦੇ ਨਾਲ ਸੈਲਾਨੀਆਂ ਦਾ ਆਉਣਾ ਘਟ ਜਾਊਗਾ ਤੇ ਇਹਨਾਂ ਨੂੰ ਦੁਬਾਰਾ ਓਪਨ ਕਰਨ ਦੀ ਜਿਹੜੇ ਖੋਲ੍ਹਣ ਦੀ ਜਿਹੜੀ ਉਹ ਮੰਗ ਆ ਇਹਨਾਂ ਦੁਆਰਾ ਕੀਤੀ ਜਾ ਰਹੀ ਹੈਗੀ ਆ। ਤੇ ਅੱਜ ਸਟਾਕ ਮਾਰਕੀਟ ਨੂੰ ਕਾਫੀ ਵੱਡਾ ਝਟਕਾ ਲੱਗਾ। ਆਪਾਂ ਸਵੇਰੇ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਭਈ ਇੱਕ ਤਾਂ ਅਨਸਰਟੇਨਟੀ ਨੂੰ ਲੈ ਕੇ, ਇੱਕ ਇਨਫਲੇਸ਼ਨ ਨੂੰ ਲੈ ਕੇ ਜੋ ਸਟਾਕ ਮਾਰਕੀਟ ਆ ਕਾਫੀ ਡਾਊਨ ਗਈ ਹੈ ਕਿਉਂਕਿ ਲੜਾਈ ਦਾ ਵੀ ਇੱਕ ਤਰ੍ਹਾਂ ਡਰ ਨਾਲ ਬਣਿਆ ਬੱਦਲ ਪਿਆ। ਜਿਹੜੇ ਆ ਉੱਪਰ ਘੁੰਮ ਰਹੇ ਹੈਗੇ ਆ। ਜੀ, ਸੋ ਡਾਓ ਜੋਨ ਅੱਜ ਹਰਜੋਤ ਸਿੰਘ ਜੀ 521 ਪੁਆਇੰਟ ਘਟ ਕੇ 48,978 ਤੇ ਬੰਦ ਹੋਇਆ। S&P 30 ਪੁਆਇੰਟ ਘਟ ਕੇ 6800 ਤੇ 79 ਤੇ। ਨੈਸਡੈਕ 210 ਪੁਆਇੰਟ ਘਟ ਕੇ 22,668 ਦੇ ਉੱਤੇ। ਸੋਨੇ ਦਾ ਭਾਅ $5297 ਪ੍ਰਤੀ ਟਰਾਈ ਆਉਂਸ। ਕੱਚੇ ਤੇਲ ਦੀ ਕੀਮਤ $67 ਪ੍ਰਤੀ ਬੈਰਲ। ਇਹ ਆਲਰੇਡੀ ਜਿਹੜਾ ਕੱਚਾ ਤੇਲ ਆ ਉਹ ਭਾਅ ਜਿਹੜਾ ਉਸ ਦਾ ਵੱਧ ਗਿਆ ਆ। 10 ਈਅਰ ਯੀਲਡ 3.95% ਤੇ ਆਈ ਆ। ਕ੍ਰਿਪਟੋ ਕਰੰਸੀ 'ਚ ਬਿਟਕੋਇਨ 65,799 ਤੇ1900 ਤੇ $26 ਦੇ ਬਰਾਬਰ ਚੱਲ ਰਿਹਾ ਆ।
ਤੇ ਜੇ ਕਰੰਸੀ ਦੀ ਗੱਲ ਕਰਦੇ ਜਾਈਏ, ਇੱਕ ਯੂਐਸ ਡਾਲਰ ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ ਰਹੇ ਆ, ਪਾਕਿਸਤਾਨ ਦੇ $279 ਤੇ 57 ਪੈਸੇ, ਇੰਡੀਆ ਦੇ $91 ਤੇ 8 ਪੈਸੇ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA। ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ, ਕੱਲ ਨੂੰ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਹੋਣਾ, ਅਟਾਰਨੀ ਜੇ ਤਿਰਕਿਆਣਾ ਜੀ ਸਾਡੇ ਨਾਲ ਜੁੜਨਗੇ, 9:15 ਵਜੇ ਪ੍ਰੋਗਰਾਮ ਹੋਊਗਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ।